ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ। ਧੂੜ ਤਿਨਾ ਕੀ ਜੇ ਮਿਲੈ ਜੀ ਕੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ। ਨਾਨਕ ਕਾਮਣ ਕੰਤੇ ਪਾਵੈ ਆਪੇ ਹੀ ਰਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੇ ਮਾਈ ਭਾਈ ਆਪ ਵੱਡੇ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰੂ ਦੀ ਖੁਸ਼ੀਆਂ ਦੇ ਪਾਤਰ ਬਣਦੇ ਹੋ। ਮਹਾਰਾਜ ਨੇ ਕਿਰਪਾ ਕੀਤੀ ਹੈ। ਅੱਜ ਜਿਸ ਤਰ੍ਹਾਂ ਸਨਾਤਨ ਧਰਮ ਦੇ ਅੰਦਰ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਗੁਰੂ ਸਾਹਿਬ ਨੇ ਸਾਨੂੰ ਵੀ ਇਸ ਨੂੰ ਮਨਾਉਣ ਦਾ ਇੱਕ ਨਵੇਕਲਾ ਢੰਗ ਸਾਨੂੰ ਦੱਸਿਆ ਹੈ ਕਿ ਅਸੀਂ ਉਸ ਰੰਗ ਦੇ ਨਾਲ ਜੁੜਨਾ ਹੈ। ਇਹ ਦੁਨਿਆਵੀ ਰੰਗ ਤੇ ਫਿੱਕੇ ਹਨ, ਇੱਕ ਜਾਂ ਦੋ ਦਿਨਾਂ 'ਚ ਉਤਰ ਜਾਂਦੇ ਨੇ, ਪਰ ਜਿਹੜਾ ਰੰਗ ਗੁਰੂ ਸਾਹਿਬ ਕਹਿੰਦੇ ਨੇ ਜਿਸ ਲਲਾਰੀ ਕੋਲ ਤੁਸੀਂ ਕੱਪੜਾ ਦਵੋ ਪਰ ਉਹ ਰੰਗ ਪੱਕਾ ਚਾੜ ਦੇ ਤੇ ਉਹ ਰੰਗ ਫਿਰ ਕਦੀ ਉਤਰਦਾ ਨਹੀਂ। ਰਾਮ ਰੰਗ ਕਦੇ ਉਤਰ ਨਾ ਜਾਏ। ਉਹ ਰੰਗ ਅਸੀਂ ਚੜ੍ਹਾਉਣ ਵਾਸਤੇ ਅੱਜ ਦੇ ਦਿਨ ਅਸੀਂ ਬੈਠੇ ਹਾਂ। ਗੁਰੂ ਸਾਹਿਬ ਨੇ ਉਸ ਹੋਲੀ ਨੂੰ, ਉਹਨੂੰ, ਜਿਸ ਤਰ੍ਹਾਂ ਹੋਲੀ ਇੱਕ ਇਸਤਰੀ ਲਿੰਗ ਹੈ, ਗੁਰੂ ਸਾਹਿਬ ਨੇ ਪੁਲਿੰਗ ਬਣਾ ਦਿੱਤਾ, ਹੋਲਾ ਕਰ ਦਿੱਤਾ। ਸਿੰਘਾਂ ਦੇ ਹੋਲਾ ਤੇ ਮਹੱਲਾ, ਭਾਵ ਕਿ ਕਿਸੇ ਦੂਜੇ ਮਹੱਲੇ ਤੋਂ, ਇੱਕ ਇੱਧਰੋਂ ਮਹੱਲੇ ਤੋਂ ਇਸ ਦਿਨ ਸਤਿਗੁਰੂ ਨੇ ਸਿੰਘਾਂ ਨੂੰ ਜੰਗੇ ਮੈਦਾਨ ਵਿੱਚ ਲੜਨ ਵਾਸਤੇ ਵੀ ਦੋ ਧੜੇ ਬਣਾ ਕੇ ਉਹਨਾਂ ਨੂੰ ਇੱਕ ਅਭਿਆਸ ਦੇ ਤੌਰ 'ਤੇ ਅੱਜ ਦੇ ਦਿਨ ਇਸ ਹੋਲੇ ਮਹੱਲੇ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਇਹ ਖੇਡਾਂ, ਇਹ ਚੋਜ ਦਿਖਾਏ ਜਾਂਦੇ ਨੇ। ਔਰ ਜੋ ਦੁਨੀਆ ਦੇ ਤਮਾਮ ਨਿਹੰਗ ਸਿੰਘ ਆ ਕੇ ਉੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਸ਼ਸਤਰ ਵਿਦਿਆ ਜੋ ਬਖਸ਼ੀ ਹੋਈ ਦਾਤ ਹੈ, ਉਸ ਨੂੰ ਉਹ ਸੰਸਾਰ ਦੇ ਵਿੱਚ ਅੱਜ ਮੀਡੀਆ ਰਾਹੀਂ ਸਾਰਿਆਂ ਨੂੰ ਉਹ ਕਰਤੱਵ ਦਿਖਾਉਂਦੇ ਨੇ। ਔਰ ਮਹਾਰਾਜ ਨੇ ਉਸ ਪਰਮਾਤਮਾ ਦੇ ਨਾਲ ਜੋੜਨ ਦਾ, ਕਿਉਂਕਿ ਹਰ ਗੁਰਪੁਰਬ ਗੁਰੂ ਸਾਹਿਬ ਕਹਿੰਦੇ ਨੇ ਅਸੀਂ ਉਸ ਪਰਮਾਤਮਾ ਨਾਲ ਜੁੜਨਾ ਹੈ। ਤਾਂ ਉਹ ਕਸੁੰਭ ਦਾ ਰੰਗ ਤੇ ਇੱਕ ਮਜੀਠ ਦਾ ਰੰਗ ਹੁੰਦਾ ਹੈ। ਕਸੁੰਬੇ ਦਾ ਰੰਗ ਹੁੰਦਾ ਉਤਰ ਜਾਂਦਾ ਹੈ, ਤੇ ਜਿਹੜਾ ਮਜੀਠ ਦਾ ਹੁੰਦਾ ਹੈ ਉਹ ਪੱਕਾ ਰੰਗ ਹੁੰਦਾ ਹੈ। ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ। ਉਹ ਮਜੀਠ ਦਾ ਰੰਗ ਫਿਰ ਉਤਰਦਾ ਨਹੀਂ, ਜਿਹੜਾ ਤੁਸੀਂ ਚੜ੍ਹਾਉਣ ਵਾਸਤੇ ਆਏ ਹੋ ਇਹ ਬਣਿਆ ਰਹਿੰਦਾ ਹੈ। ਸੋ ਅੱਜ ਦੇ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਉੱਤੇ ਵੀ ਉਹ ਨਾਮ ਦਾ ਰੰਗ ਚੜ੍ਹ ਜਾਵੇ। ਤੋ ਆਓ ਲੜੀਵਾਰ ਸਤਿਗੁਰੂ ਨੇ ਜੋ ਬਖਸ਼ਿਸ਼ ਕੀਤੀ ਹੈ ਉਸ ਦੇ ਵਿੱਚ ਸਾਂਝ ਪਾਈਏ, ਮਨ ਬਿਰਤੀਆਂ ਇਕਾਗਰ ਕਰੀਏ,
ਪਿਆਰ ਨਾਲ ਹਿਰਦੇ ਦੀ ਗਹਿਰਾਈਆਂ ਵਿੱਚੋਂ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। 28 ਪੌੜੀਆਂ ਦੀ ਵਿਚਾਰ ਅਸੀਂ ਮਿਲ ਬੈਠ ਕੇ ਸਾਂਝ ਕੀਤੀ ਸੀ। ਅੱਜ 29ਵੀਂ ਪੌੜੀ ਆਰੰਭ ਹੋਣੀ ਹੈ, 29th ਪੌੜੀ। ਔਰ ਬਹੁਤ ਹੀ, ਮੈਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਇਹ ਹੁਣ ਜਿਤਨੀਆਂ ਵਿਚਾਰਾਂ ਆਣੀਆਂ ਨੇ ਇਹ ਬਹੁਤ ਹੀ ਆਤਮਿਕ ਗਿਆਨ ਦੇਣ ਵਾਲੀਆਂ ਨੇ। ਜਿੱਥੇ ਆਪ ਸਰੀਰ ਕਰਕੇ ਬੈਠੇ ਹੋ, ਥੋੜ੍ਹੀ ਜਿਹੀ ਆਪ ਸੁਰਤ ਨੂੰ ਵੀ ਤਵੱਜੋ ਦੇਵੋ, ਕਿਉਂਕਿ ਇਹ ਕਨਸੈਪਟ ਐਸੇ ਨੇ, ਅਗਰ ਅਸੀਂ ਉਸ ਨੂੰ ਥੋੜ੍ਹਾ ਜਿਹਾ ਆਪਣਾ ਸੁਰਤ ਧਿਆਨ ਲਗਾ ਦਈਏ, ਬਹੁਤ ਸੌਖੇ ਢੰਗ ਨਾਲ ਅਸੀਂ ਸਮਝ ਸਕਨੇ ਹਾਂ। ਤੋ ਮਹਾਰਾਜ ਇਹ ਜਿਹੜੀ ਪਿਛਲੀ ਪੌੜੀ ਤੇ ਹੁਣ ਦੀ ਪੌੜੀ, ਜਿਹੜੀਆਂ 2 ਪੌੜੀਆਂ ਨੇ, ਇਹ ਜੋਗੀਆਂ ਨੂੰ ਪਾਤਰ ਬਣਾ ਕੇ ਤੇ ਸਾਨੂੰ ਸਮਝਾਉਣਾ ਕਰ ਰਹੇ ਨੇ। ਪਰ ਕਦੀ ਵੀ ਮਨ ਵਿੱਚ ਇਹ ਨਾ ਲਿਆਇਆ ਕਰੋ ਕਿ ਇਹ ਗੱਲ ਜੋਗੀਆਂ ਦੀ ਹੈ ਤੇ ਸਾਡਾ ਵਿੱਚ ਕੀ ਕੰਮ ਹੈ। ਗੱਲ ਜ਼ਰੂਰ ਜੋਗੀਆਂ ਨੂੰ ਕਹਿ ਰਹੇ ਨੇ, ਪਰ ਜਿਹੜਾ ਉਪਦੇਸ਼ ਹੈ ਸਾਧ ਸੰਗਤ, ਉਹ ਸਾਰਿਆਂ ਵਾਸਤੇ ਸਾਂਝਾ ਹੈ। ਤੋ ਜਿਸ ਤਰ੍ਹਾਂ ਪਹਿਲੀ ਪੌੜੀ ਦੇ ਅੰਦਰ ਅਸੀਂ, ਪਿਛਲੀ ਪੌੜੀ ਅੰਦਰ ਇਹ ਸਰਵਣ ਕੀਤਾ ਸੀ ਕਿ ਜਿਹੜੇ ਜੋਗੀ ਲੋਕ ਨੇ ਉਹ ਕੰਨ ਫੜਵਾ ਕੇ ਤੇ ਕੰਨਾਂ ਦੇ ਵਿੱਚ ਮੋٹے-ਮੋٹے ਮੁੰਦਰੇ ਪਾ ਲੈਂਦੇ ਸਨ ਤੇ ਉਹਨਾਂ ਨੂੰ ਪੁੱਛਦੇ ਸਨ, ਗੁਰੂ ਨਾਨਕ ਪਾਤਸ਼ਾਹ ਤੁਸੀਂ ਕਿਉਂ ਇੰਨੇ ਕੰਨ ਪੜਵਾ ਕੇ ਸਰੀਰ ਨੂੰ ਕਸ਼ਟ ਦੇ ਕੇ, ਇਹਦੀ ਕੀ ਭਾਵ ਹੈ? ਤੇ ਉਹਨਾਂ ਨੇ ਇਹੀ ਕਿਹਾ ਕਿ ਇੱਥੋਂ ਸਾਡੇ ਇਹ ਕਰਨ ਨਾਲ ਭਾਵ ਕਿ ਅਸੀਂ ਗ੍ਰਸਤ ਨੂੰ ਤਿਆਗਿਆ ਹੋਇਆ ਹੈ। ਤਾਂ ਮਹਾਰਾਜ ਨੇ ਫਿਰ ਉਹਨਾਂ ਨੂੰ ਸਮਝਾਇਆ ਕਿ ਇਹ ਕਰਨ ਦੀ ਲੋੜ ਨਹੀਂ, ਗ੍ਰਸਤ ਨੂੰ ਤਿਆਗਣ ਦੀ ਲੋੜ ਨਹੀਂ, ਸੰਤੋਖ ਆਪਣੇ ਹਿਰਦੇ ਵਿੱਚ ਲੈ ਆਓ। ਗ੍ਰਸਤ ਵਿੱਚ ਲੈ ਕੇ ਸੰਤੋਖ ਰੱਖੋਗੇ, ਇਹੀ ਤੁਹਾਡੀਆਂ ਮੁੰਦਰਾਂ ਨੇ। ਤੇ ਜਿਹੜਾ ਉਹਨਾਂ ਨੇ ਠੂਠਾ ਫੜਿਆ ਸੀ, ਜਿਹੜਾ ਥੈਲਾ ਫੜਿਆ ਸੀ, ਮਹਾਰਾਜ ਕਹਿੰਦੇ ਨੇ ਮੰਗਣ ਤੋਂ ਇਲਾਵਾ ਤੁਸੀਂ ਮਿਹਨਤ ਕਰਕੇ ਕਿਉਂ ਨਾ ਖਾਓ। ਸਰਮ ਪਰ ਝੋਲੀ ਧਿਆਨ ਕੀ ਕਰੇ ਵਿਭੂਤ, ਜਿਹੜੀ ਸਵਾਹ ਮੱਲੀ ਜੇ ਉਹੀ ਧਿਆਨ ਵਿੱਚ ਹੀ ਸਵਾਹ ਰੱਖੋ ਕਿ ਅਸੀਂ ਸਵਾਹ ਹੋ ਹੀ ਜਾਣਾ ਹੈ, ਤੇ ਫਿਰ ਵੇਖਣ ਦਾ ਕੀ ਭਾਵ ਹੈ? ਬਾਰ-ਬਾਰ ਪਿੰਡੇ ਨੂੰ ਮੈਲਾ ਕਰਕੇ ਔਰ ਸੰਸਾਰ ਵਿੱਚ ਕੀ ਦਿਖਾਉਣਾ ਚਾਹੁੰਦੇ ਹੋ? ਤੋ ਇਸ ਤਰ੍ਹਾਂ ਦੀਆਂ ਗੱਲਾਂ ਗੁਰੂ ਨਾਨਕ ਪਾਤਸ਼ਾਹ ਨਾਲ ਜਦ ਵਿਚਾਰਾਂ ਹੋ ਰਹੀਆਂ ਸਨ, ਅੱਜ ਇੱਕ ਹੋਰ ਤਰ੍ਹਾਂ ਦਾ ਮਹਾਰਾਜ ਨੇ ਉਹਨਾਂ ਦੇ ਬਾਹਰਲੀ ਪਹਿਰਾਵੇ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਮਿਲੀਆਂ, ਉਹ ਸਾਡੇ ਨਾਲ ਸਾਂਝ ਕਰਕੇ ਗੁਰੂ ਸਾਹਿਬ ਸਾਨੂੰ ਸੇਧ ਦੇ ਰਹੇ ਨੇ ਕਿ ਭਾਈ ਜਿਸ ਤਰ੍ਹਾਂ ਜੋਗੀ ਲੋਕ ਭਰਮ ਵਿੱਚ ਪਏ ਹੋਏ ਨੇ, ਸਿੱਖਾਂ ਯਾਦ ਰੱਖੋ ਤੁਸੀਂ ਵੀ ਨਾ ਕਿੱਥੇ ਜੇ ਕਰ ਰਹੇ ਹੋ ਇਹ ਕੰਮ, ਇਹ ਕਰਮ ਕਾਂਡ ਕਰ ਰਹੇ ਹੋ, ਇਹ ਪਖੰਡ ਕਰ ਰਹੇ ਹੋ, ਤੇ ਸਮਝ ਲੈਣਾ ਤੁਸੀਂ ਪਰਮਾਤਮਾ ਤੋਂ ਕੋਸੋਂ ਦੂਰ ਹੋ ਰਹੇ ਹੋ। ਤਾਂ ਗੁਰੂ ਮਹਾਰਾਜ ਅੱਜ ਇੱਕ ਹੋਰ ਤਰ੍ਹਾਂ ਦਾ ਗਿਆਨ ਸਾਨੂੰ ਦੇ ਰਹੇ ਨੇ। ਉਹ ਕਹਿ ਰਹੇ ਨੇ ਭੁਗਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ। ਪੜ੍ਹਨਾ ਐਵੇਂ ਹੀ ਹੈ। ਕਿਵੇਂ? ਭੁਗਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ। ਭੁਗਤ ਗਿਆਨ, ਦੇਖੋ 2-2 ਅੱਖਰਾਂ ਦਾ ਸੁਮੇਰ ਹੈ। ਭੁਗਤ ਵੈਸੇ ਤੇ ਜਿਹੜਾ ਭੁਗਤਾਨ ਵਾਲਾ, ਮਤਲਬ ਭੰਡਾਰੇ ਨੂੰ ਵਰਤਾਉਣ ਵਾਲਾ, ਜਿਸ ਤਰ੍ਹਾਂ ਅਸੀਂ ਲਾਂਗਰੀ ਕਹਿੰਦੇ ਹਾਂ ਨਾ, ਤੇ ਭੁਗਤ ਤੋਂ ਇੱਥੇ ਭਾਵ ਹੈ ਚੂਰਮਾ। ਜਿਸ ਤਰ੍ਹਾਂ ਅਸੀਂ ਸੰਗਤ ਹੀ ਪ੍ਰਸ਼ਾਦ ਵਰਤਾਈ ਦਾ ਨਾ, ਤੇ ਜੋਗੀ ਲੋਕ ਕੀ ਕਰਦੇ ਸਨ? ਉਹ ਭੁਗਤ ਵਰਤਾਉਂਦੇ ਸਨ। ਵਰਤਾਉਣ ਵਾਲੇ ਨੂੰ ਭੰਡਾਰਨ ਕਹਿੰਦੇ ਸਨ। ਭੁਗਤ ਚੂਰਮਾ, ਇਹ ਸਮਝੋ ਪ੍ਰਸ਼ਾਦ ਇੱਕ। ਜਿਸ ਤਰ੍ਹਾਂ ਅਸੀਂ ਲੋਕ ਪ੍ਰਸ਼ਾਦ ਵੰਡਨੇ ਆ ਨਾ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜਾ ਤੁਸੀਂ ਚੂਰਮਾ ਵੰਡ ਰਹੇ ਹੋ, ਜੇ ਉਹ ਕਿਤੇ ਗਿਆਨ ਦਾ ਵੰਡੋ ਤੇ ਉਸ ਚੂਰਮੇ ਦਾ ਫਾਇਦਾ ਹੈ। ਕਿਉਂ? ਜੇ ਤੁਸੀਂ ਗਿਆਨ ਲਓਗੇ ਤੇ ਪਰਮਾਤਮਾ ਦੇ ਕੋਲ ਹੁੰਦੇ ਜਾਓਗੇ। ਦੇਖੋ ਗਿਆਨ ਵੀ ਨਾ 2 ਤਰ੍ਹਾਂ ਦਾ ਹੁੰਦਾ ਹੈ। ਵੈਸੇ ਤੇ ਹੁਣ ਗਿਆਨ ਹੋਵੇ ਤੇ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤਾਂ ਹੀ ਜਾਵਾਂਗੇ ਨਾ, ਕਿਸੇ ਚੀਜ਼ ਦਾ ਗਿਆਨ ਹੈ। ਜੇ ਗਿਆਨ ਹੀ ਨਹੀਂ ਤੇ ਅਸੀਂ ਕਿੱਥੋਂ ਜਾਵਾਂਗੇ?
ਸਾਨੂੰ ਜਦ ਪਰਮਾਤਮਾ ਬਾਰੇ ਗਿਆਨ ਹੀ ਨਹੀਂ ਹੋਏਗਾ ਤੇ ਅਸੀਂ ਪਰਮਾਤਮਾ ਦੀ ਵਾਹ ਕਿਉਂ ਕਰਾਂਗੇ? ਜਦੋਂ ਅਸੀਂ ਬੈਠ ਕੇ ਪਰਮਾਤਮਾ ਦੀ ਉਹ ਅਕਤ ਕਹਾਣੀਆਂ ਸੁਣਨੇ ਆ, ਤਾਂ ਹੀ ਮਾਰ ਕਹਿੰਦੇ ਨਾ, ਆਵੋ ਸੰਤ ਪਿਆਰਿਓ ਅਕਤ ਕੀ ਕਰੋ ਕਰੇ ਕਹਾਣੀ ਅਕਤ ਕੇਰੀ ਕਿਤ ਦੁਆਰੇ ਪਾਈਏ। ਇਹ ਗਿਆਨ ਹੀ ਹੈ ਨਾ। ਗਿਆਨ ਕਰਕੇ ਹੀ ਅਸੀਂ ਸੰਸਾਰ ਵਿੱਚ ਵਿਚਰ ਰਹੇ ਹਾਂ। ਜਿਹਦੇ ਕੋਲ ਗਿਆਨ ਨਹੀਂ ਹੁੰਦਾ ਉਹਨੂੰ ਅਸੀਂ ਕੀ ਕਹਿੰਦੇ ਹਾਂ? ਇਹ ਮੂਰਖ ਹੈ। ਤੇ ਗਿਆਨ ਦੋ ਤਰ੍ਹਾਂ ਦਾ ਹੈ। ਦੇਖੋ, ਇੱਕ ਡਾਕਟਰ ਹੈ, ਉਹਨੇ ਡਿਗਰੀ ਹਾਸਲ ਕਰਕੇ ਇੱਕ ਗਿਆਨ ਪ੍ਰਾਪਤ ਕੀਤਾ ਹੈ। ਅਗਰ ਉਸੇ ਗਿਆਨ ਦੇ ਨਾਲ ਉਹ ਲੋਕਾਂ ਦੇ ਆਪਰੇਟ ਕਰਕੇ ਉਹਨਾਂ ਨੂੰ ਰਾਜ਼ੀ ਕਰਦਾ ਹੈ ਤੇ ਉਹ ਗਿਆਨ ਠੀਕ ਹੈ। ਜੇ ਉਹੀ ਡਾਕਟਰ ਉਸੇ ਗਿਆਨ ਦੇ ਨਾਲ ਕਿਸੇ ਦੀ ਚੋਰੀ ਛਿਪੇ ਕਿਡਨੀਆਂ ਕੱਢ ਕੇ ਵੇਚਦਾ ਹੋਵੇ, ਗਿਆਨ ਤੇ ਉਹਨੂੰ ਹੀ ਹੈ, ਪਰ ਉਹ ਗਿਆਨ ਨਹੀਂ। ਹੋਰ ਸੌਖਾ ਲੈ ਲਈਏ, ਕੋਈ ਵਕੀਲ ਹੈ, ਅਗਰ ਉਸਨੂੰ ਗਿਆਨ ਹੈ ਤਾਂ ਵਕੀਲ ਹੈ ਨਾ। ਦੇਖੋ, ਡਿਗਰੀ ਤੇ ਅੱਜ ਮਾਇਆ ਦੇ ਕੇ ਵੀ ਬਣ ਜਾਂਦੀਆਂ ਨੇ, ਪਰ ਗਿਆਨ ਉਸ ਪਰਮਾਤਮਾ ਦੀ ਬਖਸ਼ਿਸ਼ ਹੈ। ਤੋ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਤੇਰੇ ਕੋਲ ਗਿਆਨ ਹੈ, ਉਸ ਦੀ ਵਰਤੋਂ ਸਹੀ ਕਰ। ਹੁਣ ਇੱਕ ਵਕੀਲ ਹੈ, ਇੱਕ ਬੰਦਾ ਜਿਹਨੇ ਕਤਲ ਕੀਤਾ ਹੈ, ਜੁਰਮ ਕੀਤਾ ਹੈ, ਅਗਰ ਉਸ ਨੂੰ ਸਜ਼ਾ ਦਿਵਾਉਂਦਾ ਹੈ, ਇਹ ਗਿਆਨ ਹੈ। ਜੇ ਉਸ ਨੂੰ ਬਰੀ ਕਰਵਾ ਦਿੰਦਾ ਹੈ ਤੇ ਇੱਕ ਜਿਹੜਾ ਮੁਜਰਿਮ ਨਹੀਂ ਹੈ, ਜਿਹਨੇ ਕੁਝ ਵੀ ਨਹੀਂ ਕੀਤਾ, ਉਹਨੂੰ ਉਸ ਫਾਂਸੀ ਦੀ ਸਜ਼ਾ ਵਿੱਚ ਉਹਨੂੰ ਭੇਜ ਦਿੰਦਾ ਹੈ, ਇਹ ਗਿਆਨ ਕੀ ਹੈ? ਇਹ ਕਾਇਰ ਬਣ ਗਿਆ। ਇਹ ਇਸ ਤਰ੍ਹਾਂ ਮਾਨੋ ਹੈ ਗਿਆਨ ਹੀ ਸੀ, ਪਰ ਉਹਦੀ ਵਰਤੋਂ ਗਲਤ ਹੋ ਗਈ। ਤੋ ਗੁਰੂ ਸਾਹਿਬ ਕਹਿੰਦੇ ਨੇ ਕਿ ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਉਹ ਗਿਆਨ ਸਾਨੂੰ ਚਾਹੀਦਾ ਹੈ। ਮਹਾਰਾਜ ਕਹਿੰਦੇ ਜਿਹੜਾ ਤੁਸੀਂ ਗਿਆਨ ਵੰਡ ਰਹੇ ਹੋ ਨਾ, ਉਹ ਗਿਆਨ ਤੁਸੀਂ ਇਹ ਚੂਰਮਾ ਨਾ ਵੰਡੋ, ਗਿਆਨ ਵੰਡੋ। ਦੇਖੋ, ਗਿਆਨ ਹੁੰਦਾ ਹੈ ਤੇ ਕਿਸੇ ਨਾਲ ਪਿਆਰ ਹੁੰਦਾ ਹੈ। ਜਦੋਂ ਅਸੀਂ ਕਿਸੇ ਦੇ ਨਜ਼ਦੀਕ ਹੁੰਦੇ ਹਾਂ, ਉਹਦੇ ਬਾਰੇ ਪਤਾ ਲੱਗਦਾ ਹੈ, ਉਹਦੀਆਂ ਚੰਗਿਆਈਆਂ ਦਾ ਪਤਾ ਲੱਗਦਾ ਹੈ, ਤੇ ਸਾਨੂੰ ਕੀ ਹੁੰਦਾ? ਉਹਦੇ ਪ੍ਰਤੀ ਪਿਆਰ ਹੁੰਦਾ ਹੈ। ਇੱਕ ਮੀਆਂ ਬੀਬੀ ਨੇ ਅੰਡਰਸਟੈਂਡਿੰਗ ਨਾਲ ਰਹਿ ਰਹੇ ਨੇ, ਉਹਦੀ ਕਈ ਗੱਲਾਂ ਮੀਆਂ ਨੂੰ ਚੰਗੀ ਲੱਗਦੀਆਂ ਨੇ, ਕਈ ਬੀਬੀਆਂ ਨੂੰ ਲੱਗਦੀ ਹੈ, ਤੇ ਦੋਨਾਂ ਦਾ ਫਿਰ ਕੀ ਹੁੰਦਾ? ਗਿਆਨ ਨਾਲ, ਉਸ ਗਿਆਨ ਦੇ ਸਦਕੇ ਪਿਆਰ ਬਣਦਾ ਹੈ। ਔਰ ਜਿੱਥੇ ਗਿਆਨ ਹੋਏਗਾ ਉੱਥੇ ਧਰਮ ਹੋਏਗਾ। ਜਹਾਂ ਗਿਆਨ, ਕਬੀਰ ਸਾਹਿਬ ਕਹਿੰਦੇ ਨੇ ਨਾ, ਕਬੀਰ ਜਹਾਂ ਗਿਆਨ ਤਹਾਂ ਧਰਮ ਹੈ। ਉੱਥੇ ਹੀ ਨਿਯਮ, ਉੱਥੇ ਹੀ ਫਰਜ਼ ਹੋਏਗਾ ਨਾ, ਜਿੱਥੇ ਗਿਆਨ ਹੋਏਗਾ। ਜਹਾਂ ਝੂਠ ਤਹਿ ਪਾਪ, ਜਿੱਥੇ ਗਿਆਨ ਨਹੀਂ ਹੋਏਗਾ ਉੱਥੇ ਝੂਠ ਹੋਏਗਾ, ਜਿੱਥੇ ਝੂਠ ਹੋਏਗਾ ਉਹ ਪਾਪ ਹੋਏਗਾ। ਜਹਾਂ ਲੋਭ ਤਹਿ ਕਾਲ ਹੈ, ਜਿੱਥੇ ਲੋਭ ਬਿਰਤੀ ਆ ਗਈ ਕਿ ਭਰਾ ਨੂੰ ਮਾਰ ਕੇ ਹੀ ਮੈਂ ਸਭ ਕੁਝ ਹਜਮ ਕਰਨਾ ਹੈ, ਪਿਓ ਦੀ ਸਾਰੀ ਜਾਇਦਾਦ ਮੈਂ ਹੀ ਹੜਪ ਕਰਨੀ ਹੈ, ਲੋਭ ਜਾਗੇਗਾ। ਹੈ ਉਹਦਾ ਗਿਆਨ ਸੀ, ਪਰ ਉਹ ਕੀ ਹੋਇਆ? ਉਹ ਲੋਭ ਬਣ ਕੇ ਜਹਾਂ ਗਿਆਨ ਤਹਿ ਕਾਲ ਹੈ, ਉੱਥੇ ਮੌਤ ਆ ਜਾਂਦੀ ਹੈ। ਫਿਰ ਜਹਾਂ ਖਿਮਾ ਤਹਿ ਆਪ, ਜਿੱਥੇ ਖਿਮਾ ਆ ਗਈ ਉੱਥੇ ਰੱਬ ਆਪ ਆ ਜਾਂਦਾ ਹੈ। ਭਾਵ ਜਿੱਥੇ ਸਹਿਜ ਆ ਜਾਂਦਾ ਹੈ, ਜਿੱਥੇ ਸ਼ਾਂਤੀ ਹੋ ਜਾਂਦੀ ਹੈ, ਜਿੱਥੇ ਸਬਰ ਆ ਜਾਂਦਾ ਹੈ, ਉੱਥੇ ਕੀ ਹੁੰਦਾ ਹੈ? ਉੱਥੇ ਰੱਬ ਆਪ ਆ ਜਾਂਦਾ ਹੈ। ਤੋ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਤੁਸੀਂ ਚੂਰਮਾ ਵੰਡ ਰਹੇ ਹੋ ਨਾ, ਇਹ ਗਿਆਨ ਦਾ ਵੰਡੋ। ਤੁਸੀਂ ਆਪ ਤੇ ਪਰਬਤਾਂ ਤੇ ਜਾ ਕੇ ਛੁਪ ਗਏ, ਤੁਹਾਨੂੰ ਗਿਆਨ ਤੁਸੀਂ ਅੱਗੇ ਵੰਡਿਆ ਹੀ ਨਹੀਂ। ਔਰ ਜਿਹੜਾ ਤੁਸੀਂ ਚੂਰਮਾ ਵੰਡ ਰਹੇ ਹੋ, ਇਹ ਵੀ ਇੱਕ ਉਹਦੇ 'ਚ ਗਲਤੀ ਕਰਦੇ ਸਨ। ਚੂਰਮਾ ਵੰਡਣ ਵਕਤ ਨਾ ਵਖੇਵਾ ਸੀ,
ਕਿਸੇ ਨੂੰ ਦੇਣਾ, ਕਿਸੇ ਨੂੰ ਨਹੀਂ ਦੇਣਾ। ਗ੍ਰਸਤੀ ਲੋਕਾਂ ਨੂੰ ਨਹੀਂ ਦਿੰਦੇ ਸਨ ਕਿਉਂਕਿ ਉਹਨਾਂ ਨੂੰ ਨਿੰਦਦੇ ਸਨ, ਉਹ ਚੰਗਾ ਨਹੀਂ ਸਮਝਦੇ ਸਨ। ਵੰਡਨ ਵੇਲੇ ਵੀ ਸਾਧ ਸੰਗਤ ਉਹ ਵਿਤਕਰਾ ਕਰਦੇ ਸਨ ਕਿ ਇਹ ਸਾਡੀ ਜਮਾਤ ਦਾ ਹੈ, ਇਹ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਨੇ ਭੁਗਤ ਗਿਆਨ ਦਿਆ ਭੰਡਾਰਣ। ਉਹ ਕੀ ਕਰਦੇ ਸਨ? ਉਹ ਵਰਤਾਨ ਵਕਤ ਬਈ ਇਸ ਨੂੰ ਨਹੀਂ ਦੇਣਾ ਕਿਉਂਕਿ ਉਹ ਗ੍ਰਸਤੀਆਂ ਨੂੰ ਨਿੰਦਦੇ ਸਨ। ਤਾਂ ਮਹਾਰਾਜ ਕਹਿੰਦੇ ਨੇ ਹੋਏ ਅਤੀਤ ਗ੍ਰਸਤ ਤਜ ਫਿਰ ਉਨੀ ਕੇ ਘਰ ਮੰਗਣ ਜਾਈ। ਜਿਨ੍ਹਾਂ ਨੂੰ ਤੁਸੀਂ ਨਿੰਦਦੇ ਪਏ ਹੋ, ਤੁਹਾਨੂੰ ਇੰਨਾ ਹੀ ਨਹੀਂ ਪਤਾ, ਠੂਠਾ ਲੈ ਕੇ ਹੱਥ 'ਚ ਥੈਲਾ ਫੜ ਕੇ ਫਿਰ ਉਹਨਾਂ ਗ੍ਰਸਤੀਆਂ ਦੇ ਘਰ ਤੁਸੀਂ ਮੰਗਣ ਜਾਂਦੇ ਹੋ। ਇਹ ਕਿਸ ਤਰ੍ਹਾਂ ਦਾ ਤੁਹਾਡਾ ਇਹ ਗਿਆਨ ਹੈ? ਕਿਸ ਤਰ੍ਹਾਂ ਦਾ ਤੁਹਾਡਾ ਵਰਤਾਰਾ ਹੈ? ਵਰਤਾਨ ਵਕਤ ਧਿਆਨ ਰੱਖੋ, ਪਕਸ਼ਪਾਤ ਨਾ ਕਰੋ। ਮੈਂ ਜਦ ਗੁਰੂ ਨਾਨਕ ਦੇ ਘਰ ਦੀ ਪੜ੍ਹਾਈ ਵੇਖਣਾ ਵਾ ਨਾ, ਤੁਸੀਂ ਗੁਰਦੁਆਰੇ ਬੈਠੋ ਨਾ, ਤੁਹਾਨੂੰ ਬੜੀਆਂ ਚੀਜ਼ਾਂ ਜੇ ਡੀਪਲੀ ਬੈਠੋ, ਮੈਂ ਇਹ ਨਹੀਂ ਕਹਿ ਰਿਹਾ ਕਿ ਸੋਚਿਆ ਕਰੋ ਜੋ ਵੀ ਭਾਈ ਸਾਹਿਬ ਕਰ ਰਹੇ ਨੇ, ਜੋ ਮਰਿਆਦਾ ਹੈ ਸਾਡੀ, ਕਮਾਲ ਦੀ ਮਰਿਆਦਾ, ਬਾ ਕਮਾਲ ਮੈਂ ਕਹਾਂਗਾ। ਪ੍ਰਸ਼ਾਦ ਵੰਡਣ ਵਕਤ ਦੇਖੋ ਕੋਈ ਵਿਤਕਰਾ ਨਹੀਂ ਜੇ। ਭਾਈ ਸਾਹਿਬ ਹੱਥ ਵਿੱਚ ਬਰਤਨ, ਜੋ ਵੀ ਭਾਂਡੇ ਵਿੱਚ ਪ੍ਰਸ਼ਾਦ ਹੁੰਦਾ ਹੈ ਉਹ ਵਰਤਾਉਂਦੇ ਨੇ, ਉਹ ਨਹੀਂ ਵੇਖਦੇ ਕਿ ਇੱਥੇ ਕੋਈ ਨੀਵੀਂ ਜਾਤ ਦਾ ਬੈਠਾ ਹੈ, कोई उच्ची जात का बैठा है। जो प्रसाद को बांट है भाई नंदलाल जी, मन में धारे लोभ। हुण ये जिहड़ा प्रसाद वंडन वाला है ना, उन्होंने भी एक महाराज ने भाई नंदलाल जी के रहतनामे विच लिखिया है कि प्रसाद वरतान वाला भी ध्यान रखे कि कित्थे कोई उहदा जानकार मिल गया उन्होंने ज़्यादा दे दे, कित्थे जिहदे नाल ईर्खा करदा उन्होंने घट दे दे। ਉਹਦੇ ਵਾਸਤੇ ਵੀ ਕਿਹਾ ਜੇ ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ, ਕਿਸੇ ਥੋੜਾ ਕਿਸੇ ਅਗਲਾ ਸਦਾ ਰਹੇ ਤਿਸ ਸੋਗ। ਜਿਹੜਾ ਵਰਤਾਨ ਵਕਤ ਘੱਟ ਵਰਤਾਏ, ਕਿਸੇ ਨੂੰ ਜ਼ਿਆਦਾ ਵਰਤਾਏ, ਉਹਦੇ ਕੋਲ ਸਦਾ ਹੀ ਦੁੱਖ ਰਹਿਣਗੇ। ਤਾਂ ਗੁਰੂ ਸਾਹਿਬ ਨੇ ਇਹ ਚੀਜ਼ਾਂ ਸਾਨੂੰ ਲਾਗੂ ਕਰਕੇ ਦਸੀਆਂ ਨੇ। ਕਿਉਂ? ਕਿਉਂਕਿ ਜੋਗੀ ਲੋਕ ਵਰਤਾਨ ਵਕਤ ਗ੍ਰਸਤੀ ਨੂੰ ਉਹ ਪ੍ਰਸ਼ਾਦ ਨਹੀਂ ਦਿੰਦੇ ਸਨ ਕਿਉਂਕਿ ਉਹਨੂੰ ਨੀਵਾਂ ਸਮਝਦੇ ਸਨ, ਉਹ ਆਪਣੀ ਸ਼੍ਰੇਣੀ ਦਾ ਨਹੀਂ ਸਮਝਦੇ ਸਨ। ਤੇ ਗੁਰੂ ਸਾਹਿਬ ਨੇ ਕਿਹਾ ਭਾਈ ਤੁਸੀਂ ਜਿਨ੍ਹਾਂ ਗ੍ਰਸਤੀਆਂ ਨੂੰ ਨਿੰਦਦੇ ਪਏ ਹੋ, ਉਹਨਾਂ ਗ੍ਰਸਤੀਆਂ ਵਿੱਚੋਂ ਤਾਂ ਤੁਸੀਂ ਪੈਦਾ ਹੋ ਕੇ ਆਏ ਹੋ। ਦੇਖੋ ਕਈ ਗੱਲਾਂ ਕਹਿਣ ਦੀਆਂ ਨਹੀਂ ਹੁੰਦੀਆਂ, ਪਰ ਜੇ ਸੰਗਤ ਵਿੱਚ ਸਾਨੂੰ ਮਹਾਂਪੁਰਖਾਂ ਨੇ ਕਿਹਾ ਕਿ ਤੁਸੀਂ ਜੇ ਸੰਗਤ ਵਿੱਚ ਕੋਈ ਐਸੀ ਗੱਲ ਹੈ ਤਾਂ ਉਹਨੂੰ ਐਕਸਪਲੇਨ ਕਰੋ। ਦੇਖੋ ਇਹ ਔਰਤ ਜਾਤ ਨੂੰ ਨਿੰਦਦੇ ਨੇ, ਸੁਭਾਵਿਕ ਹੈ। ਹਰ ਔਰਤ ਸਮਾਂ ਪਾ ਕੇ ਹਰ ਮਹੀਨੇ ਪੀਰੀਅਡ ਵਿੱਚ ਆਉਂਦੀ ਹੈ, ਤੇ ਉਹ ਸਮਝਦੇ ਸਨ ਇਹ ਭ੍ਰਿਸ਼ਟੀ ਗਈ ਹੈ, ਇਹ ਸੂਤਕ ਹੈ। ਸਾਡੇ ਵਿੱਚ ਵੀ ਕਈ ਡੇਰੇਦਾਰ, ਕਈ ਐਸੀਆਂ ਉਹ ਔਰਤ ਨੂੰ ਉਹ ਦਿਨਾਂ 'ਚ ਚੰਗਾ ਨਹੀਂ ਮੰਨਦੇ। ਉਹ ਕਹਿੰਦੇ ਤਾਬੀਅਤ ਨਾ ਬੈਠਿਆ ਕਰੋ। ਪਰ ਸਾਧ ਸੰਗਤ ਅਗਰ ਕਿਸੇ ਉਸ ਜੋਗੀ ਨੂੰ ਪੁੱਛੀਏ, ਉਸ ਡੇਰੇ ਦੇ ਵੱਡੇ ਮੁਖੀਦਾਰ ਨੂੰ ਪੁੱਛੀਏ ਜਿਸ ਨੂੰ ਤੂੰ ਭੰਡ ਰਹੇ ਹੋ, ਜਿਸ ਮਾਤਾ ਤੇ ਤੁਸੀਂ ਆਏ ਹੋ, ਜੇ ਪ੍ਰਕਿਰਿਆ ਕੁਦਰਤੀ ਪ੍ਰਕਿਰਿਆ ਹੈ, ਜੇ ਅਗਰ ਉਹ ਪ੍ਰਕਿਰਿਆ ਤੁਹਾਡੀ ਮਾਂ ਵਿੱਚ ਨਾ ਹੁੰਦੀ ਤੇ ਤੁਸੀਂ ਇਸ ਸੰਸਾਰ ਵਿੱਚ ਜਨਮ ਨਹੀਂ ਲੈਣਾ ਸੀ। ਮੈਨੂੰ ਖਿਮਾ ਕਰ ਦੇਣਾ। ਕੋਈ ਮਨਾਈ ਨਹੀਂ ਹੈ। ਤੁਸੀਂ ਹਰ ਵੇਲੇ ਹਰ ਔਰਤ ਮਹਾਰਾਜ ਦੇ ਤਾਬੀਏ ਬੈਠ ਸਕਦੀ ਹੈ। ਤੁਸੀਂ ਠੀਕ ਹੈ ਹੁਣ ਹਰਿਮੰਦਰ ਸਾਹਿਬ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ, ਪਰ ਮੈਨੂੰ ਖਿਮਾ ਕਰ ਦੇਣਾ, ਇਹ ਵੀ ਕੁਝ ਬਾਹਮਣਵਾਦ ਲੋਕ ਆ ਕੇ ਇਹ ਮਰਿਆਦਾ ਅਪਣਾਈ ਗਈ। ਬਹੁਤ ਸਾਲ ਪਹਿਲੇ ਜੱਸੂ ਸਿੰਘ ਆਲੂਵਾਲੀਆ, ਉਹਨਾਂ ਦੀ ਮਾਤਾ ਜੀਵਨ ਕੌਰ ਉਸ ਸਥਾਨ ਤੇ ਵੀ ਕੀਰਤਨ ਕਰਦੇ ਰਹੇ ਨੇ ਹਰਿਮੰਦਰ ਸਾਹਿਬ ਵਿਖੇ। ਇਹ ਤੇ ਕੁਝ ਸ਼ਰਾਰਤੀ ਤੱਤਾਂ ਨੇ ਆ ਕੇ ਇਹ ਚੀਜ਼ਾਂ ਬੰਦ ਕਰ ਦਿੱਤੀਆਂ। ਜਿਨ੍ਹਾਂ ਨੂੰ ਇਹ ਨਿੰਦਦੇ ਸਨ, ਗੁਰੂ ਮਹਾਰਾਜ ਨੇ ਕਿਹਾ
ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਪਾਲੀਏ ਭੰਡ ਹੋਵੇ ਬੰਦਾਨ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਭੰਡੋ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਏ, ਨਾਨਕ ਭੰਡੇ ਬਾਰਾ ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਈਏ ਭਾਗਾਂ ਰਤੀ ਚਾਰ, ਨਾਨਕ ਤੇ ਮੁਖ ਉਜਲੇ ਤੀ ਸੱਚੇ ਦਰਬਾਰ। ਤੁਸੀਂ ਗ੍ਰਸਤ ਨੂੰ ਨਿੰਦਦੇ ਪਿਓ, ਵਰਤਾਨ ਵਕਤ ਵਿਤਕਰਾ ਨਾ ਕਰੋ। ਤਾਂ ਹੀ ਗੁਰੂ ਸਾਹਿਬ ਦੇ ਘਰ ਵੀ ਤੁਸੀਂ ਪ੍ਰਸ਼ਾਦ ਲੈਣ ਜਾਂਦੇ ਹੋ, ਤੁਹਾਨੂੰ ਸੇਮ ਪ੍ਰਸ਼ਾਦ ਮਿਲਦਾ ਹੈ ਸਭ ਜਗ੍ਹਾ। ਭਾਈ ਸਾਹਿਬ ਤੁਸੀਂ ਕਹਿ ਦਿਓ ਕਿ ਸਵਾਇਆ, ਉਹ ਗੱਲ ਵੱਖਰੀ ਹੈ। ਵੈਸੇ ਸਵਾਏ ਦਾ ਅਰਥ ਹੁੰਦਾ ਜਾਇਦਾ, ਪਰ ਅਸੀਂ ਇੱਕ ਪ੍ਰਚਲਿਤ ਚੱਲਦਾ ਪਿਆ। ਤੋ ਗੁਰੂ ਮਹਾਰਾਜ ਨੂੰ ਜਦ ਕਿਹਾ, ਜਦ ਮਹਾਰਾਜ ਵਾਪਸ ਆਏ ਨਾ ਉਦਾਸੀਆਂ ਤੋਂ ਕਰਤਾਰਪੁਰ ਵਿਖੇ, ਤੇ ਮਹਾਰਾਜ ਨੇ ਨਾ ਆਪਣਾ ਭੇਖ ਸੀ ਜਿਹੜਾ, ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ। ਮਹਾਰਾਜ ਨੇ ਨਾ ਕੱਪੜੇ ਸਾਰੇ ਉਦਾਸੀ ਦੇ ਉਤਾਰ ਦਿੱਤੇ, ਕਿਉਂਕਿ ਜਿੱਥੇ ਜਿੱਥੇ ਜਾਂਦੇ ਸਨ ਮਹਾਰਾਜ ਉਸ ਤਰ੍ਹਾਂ ਦਾ ਪਹਿਰਾਵਾ ਪਾ ਕੇ ਉਹਨਾਂ ਨੂੰ ਸਮਝਾਉਂਦੇ ਸਨ ਕਿ ਉਹ ਸਮਝਣ ਕਿ ਸਾਡੇ ਹੀ ਕੈਟੇਗਰੀ ਦਾ ਕੋਈ ਬੰਦਾ ਆਇਆ ਹੈ। ਪਰ ਮਹਾਰਾਜ ਦਾ ਸਮਝਾਉਣ ਦਾ ਢੰਗ ਸੀ। ਪਰ ਜਦ ਕਰਤਾਰਪੁਰ ਵਾਪਸ ਆਏ, ਅਖੀਰਲੇ 18 ਸਾਲ ਉਸ ਧਰਤੀ ਤੇ ਮਹਾਰਾਜ ਸਰੀਰ ਕਰਕੇ ਰਹੇ, ਉਸ ਵੇਲੇ ਸਭ ਤੋਂ ਪਹਿਲਾਂ ਜਾਮਾ ਉਤਾਰ ਦਿੱਤਾ ਜਿਹੜਾ ਭੇਖ ਪਾਇਆ ਸੀ। ਕਿਉਂ? ਕਿਉਂਕਿ ਕੋਈ ਮੇਰੇ ਭੇਖ ਦਾ ਹੀ ਨਾ ਪੁਜਾਰੀ ਬਣ ਜਾਏ, ਕਿਉਂਕਿ ਸਿੱਖ ਨਾਮ ਪਹਿਰਾਵੇ ਦਾ ਨਹੀਂ ਹੈ। ਗੁਰੂ ਮਹਾਰਾਜ ਨੇ ਭੇਖ ਉਤਾਰ ਦਿੱਤਾ, ਤੇ ਜਦ ਉਤਾਰਿਆ ਤੇ ਇੱਕ ਸੰਸਾਰੀ ਕੱਪੜੇ ਪਾ ਲਏ। ਤੇ ਜੋਗੀ ਲੋਕ ਕਹਿਣ ਲੱਗੇ ਇਹ ਤੁਸੀਂ ਬੜੀ ਗਲਤ ਗੱਲ ਕੀਤੀ ਹੈ, ਤੁਸੀਂ ਤੇ ਸੰਸਾਰੀ ਬਣ ਗਏ ਹੋ। ਮਹਾਰਾਜ ਕਹਿੰਦੇ ਬਣ ਗਿਆ, ਮੈਂ ਤੇ ਹੈ ਹੀ ਸੰਸਾਰੀ ਹਾਂ। ਤੁਹਾਨੂੰ ਪਤਾ ਹੋਏਗਾ ਜਦੋਂ ਮਹਾਰਾਜ ਉਦਾਸੀਆਂ ਤੋਂ ਚੱਲੇ ਨੇ ਨਾ, ਉਸ ਵੇਲੇ ਦੋਨੋਂ ਸਾਹਿਬਜ਼ਾਦੇ ਮਹਾਰਾਜ ਦੇ ਸਨ। ਮਹਾਰਾਜ ਤੇ ਪਹਿਲਾਂ ਹੀ ਗ੍ਰਸਤ ਸਨ, ਪਹਿਲਾਂ ਹੀ ਗ੍ਰਸਤੀ ਜੀਵਨ ਸੀ ਉਹਨਾਂ ਦਾ। ਮਹਾਰਾਜ ਕਹਿੰਦੇ ਜੋਗੀ ਲੋਕਾਂ ਨੂੰ, ਮੈਂ ਕੋਈ ਗ੍ਰਸਤੀ ਧਾਰਨ ਨਹੀਂ ਕੀਤਾ, ਮੈਂ ਤੇ ਬਚਪਨ ਤੋਂ ਹੀ ਗ੍ਰਸਤੀ ਹਾਂ। ਉਹ ਕਹਿੰਦੇ ਨੇ ਮੈਂ ਕੀ ਗ੍ਰਸਤੀ ਹਾਂ, ਮੇਰਾ ਪਿਓ ਮੇਰਾ ਵਾਹਿਗੁਰੂ ਵੀ ਗ੍ਰਸਤੀ ਹੈ, ਉਹਦਾ ਵੀ ਘਰ ਹੈ। ਉਹਨੇ ਪੜ੍ਹਿਆ ਸੀ ਨਾ, ਸੋ ਦਰ ਤੇਰਾ ਕਿਆ ਸੋ ਘਰ ਕਿਆ ਜਿਤ ਬਹਿ ਸਰਬ ਸੰਭਾਲੇ। ਮੇਰਾ ਪਿਓ ਵੀ ਗ੍ਰਸਤੀ ਹੈ, ਮੇਰਾ ਪਰਮਾਤਮਾ ਗ੍ਰਸਤੀ ਹੈ। ਜੇ ਉਹ ਇੰਨਾ ਵੱਡਾ ਗ੍ਰਸਤੀ ਹੈ, ਘਰ ਤੇ ਉਹਦਾ ਹੁੰਦਾ ਜਿਹੜਾ ਗ੍ਰਸਤ। ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਤਾਂ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ, ਭਾਈ ਕਿ ਭੁਗਤ ਗਿਆਨ ਦਿਆ ਭੰਡਾਰਨ। ਤੁਸੀਂ ਜਿਹੜਾ ਚੂਰਮਾ ਵੰਡਣਾ ਨਾ, ਉਹ ਗਿਆਨ ਦਾ ਵੰਡੋ, ਤੇ ਜਿਹੜੀ ਵਿਤਕਰਾ ਨਾ ਕਰੋ। ਦਇਆ ਭੰਡਾਰਨ, ਜੇ ਵਰਤਣਾ ਨੇ ਨਾ, ਦਇਆ ਵੰਡੋ, ਪਿਆਰ ਵੰਡੋ। ਦੇਖੋ ਜਿੱਥੇ ਗਿਆਨ ਹੋਏਗਾ, ਜੇ ਪਿਆਰ ਹੋ ਜਾਏ ਤੇ ਗੱਲ ਨਹੀਂ ਬਣ ਜਾਏਗੀ। ਹੁਣ ਕਿਸੇ ਕੋਲ ਗਿਆਨ ਹੋਵੇ, ਅੰਦਰ ਦਇਆ ਹੀ ਨਾ ਹੋਵੇ, ਉਸ ਗਿਆਨ ਦਾ ਕੀ ਲਾਭ ਹੈ? ਤੇ ਕਿੱਥੇ ਨਾਲ ਮਾਰੇ ਕਹਿੰਦੇ ਤੇਰੇ ਅੰਦਰ ਦਇਆ, ਵਰਤਾਨ ਵਕਤ ਇਤਨੀ ਦਇਆ ਹੋਵੇ ਤੇ ਫਿਰ ਤੇਰੀ ਗੱਲ ਹੀ ਨਾ ਬਣ ਜਾਏ। ਇਹ ਮਹਾਰਾਜ ਉਹਨਾਂ ਨੂੰ ਸਮਝਾ ਰਹੇ ਨੇ ਕਿ ਭਾਈ ਜੋ ਤੁਸੀਂ ਕਾਰਜ ਕਰ ਰਹੇ ਹੋ ਨਾ, ਇਹ ਕਾਰਜ ਇਸ ਤਰ੍ਹਾਂ ਨਹੀਂ ਹੁੰਦੇ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ। ਜੋਗੀ ਲੋਕ ਕੀ ਕਰਦੇ ਸਨ, ਗਲ ਵਿੱਚ ਨਾ ਇੱਕ ਸਿੰਗੀ ਪਾਈ ਹੁੰਦੀ ਸੀ, ਜਿਹੜੀ ਵਜਾਉਂਦੇ ਸੀ ਤੂ 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 ਕਰਕੇ, ਜਿਹੜੀ ਵੱਜਦੀ ਸੀ। ਮਹਾਰਾਜ ਕਹਿੰਦੇ ਨੇ ਇਹ ਕਿਉਂ ਰੱਖੀ ਹੈ? ਘਟ ਦੇ ਟੈਂਕੇ ਨੂੰ ਸਿਹਾਰੀ ਹੈ। ਉਹ ਪਰਮਾਤਮਾ ਤੇ ਹਰ ਘਟ ਹੁੰਦਾ ਹਿਰਦੇ ਦੇ ਵਿੱਚ। ਉਹ ਹਰ ਘਟ ਦੇ ਵਿੱਚ ਅੰਦਰ ਨਾਦ ਮਹਿਸੂਸ ਕਰੋ। ਤੁਹਾਨੂੰ ਰੱਖਣ ਦੀ ਲੋੜ ਨਹੀਂ। ਦੇਖੋ ਗੁਰੂ ਸਾਹਿਬ ਸਾਨੂੰ ਵੀ ਸਮਝਾ ਰਹੇ ਨੇ, ਇਹ ਚੀਜ਼ਾਂ ਦੀ ਬਾਹਰਲੀ ਚੀਜ਼ਾਂ ਲਈ ਨਹੀਂ, ਤੁਸੀਂ ਅੰਦਰ ਸੁਰਤ ਦੇ ਨਾਲ ਮਹਿਸੂਸ ਕਰੋ। ਕਈ ਸਰੀਰ ਐਸੇ ਵੀ ਨੇ ਜਿਹੜੇ ਅੰਦਰ ਜਿਨ੍ਹਾਂ ਦੇ ਅਨਹਦ ਨਾਦ ਵੱਜਦੇ ਨੇ। ਅਨਹਦ ਨਾਦ ਭਾਵ ਕਿ ਲਗਾਤਾਰ ਇੱਕ ਸੁਰ, ਜਿਸ ਤਰ੍ਹਾਂ ਕਿੱਥੇ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਹੈ, ਉਹ ਇਸ ਤਰ੍ਹਾਂ ਉਹਨਾਂ ਦੇ ਅੰਦਰ ਚੱਲਦਾ ਹੈ ਕਿ ਉਹ ਦੁਨੀਆ ਵਿੱਚ ਗੱਲਾਂ ਹੋ ਰਹੀਆਂ ਨੇ, ਪਰ ਅੰਦਰ ਉਹਨਾਂ ਦਾ ਅਨਹਦ ਨਾਦ ਵੱਜੀ ਜਾ ਰਿਹਾ ਹੈ। ਮੈਂ ਐਕਸਪਲੇਨ ਨਹੀਂ ਕਰ ਪਾਵਾਂਗਾ ਕਿਉਂਕਿ ਮੇਰੇ ਅੰਦਰ ਨਾਦ ਨਹੀਂ ਹੈ।
ਜਿਹੜੇ ਇਸ ਭਾਵਨਾ ਨੂੰ ਸਮਝਦੇ ਨੇ, ਜਿਹੜੇ ਇਸ ਕੈਟੇਗਰੀ 'ਚ ਆ ਗਏ ਨੇ, ਉਹ ਸੰਸਾਰ ਵਿੱਚ ਵਿਚਰ ਵੀ ਰਹੇ ਨੇ, ਪਰ ਅੰਦਰ ਇੱਕ ਅਨਹਦ ਨਾਦ ਵੱਜੀ ਜਾ ਰਹੇ ਨੇ। ਮਹਾਰਾਜ ਕਹਿੰਦੇ ਜਿਹੜੀ ਸਿੰਗੀ ਤੁਸੀਂ ਰੱਖੀ ਵਜਾਉਣ ਵਾਸਤੇ, ਤੂੰ ਕਰਕੇ ਜਿਸ ਤਰ੍ਹਾਂ ਵਜਾਉਂਦੇ ਹੋ ਤੁਸੀਂ, ਕਿੱਥੇ ਤੁਹਾਡੇ ਹਿਰਦੇ ਰੂਪੀ ਘਰਾਂ ਦੇ ਵਿੱਚੋਂ ਨਾਦ ਵੱਜਣ ਲੱਗ ਪਵੇ, ਤੁਹਾਨੂੰ ਲੋੜ ਹੀ ਨਾ ਪਵੇ। ਭੁਗਤ ਗਿਆਨ ਦਿਆ ਭੰਡਾਰਨ, ਕਟ ਕਟ ਵਾਜੇ ਨਾਦ। ਮਹਾਰਾਜ ਕਹਿੰਦੇ ਨੇ ਆਪ ਨਾਥ ਨਾਥੀ ਸਭ ਜਾਂ ਕੀ, ਪੜਨਾ ਐਵੇਂ ਆਪ ਨਾਥ ਨਾਥੀ ਸਭ ਜਾ ਕੀ। ਨਾਥ ਜਿਹੜੇ ਜੋਗੀਆਂ ਤੋਂ ਸਭ ਤੋਂ ਵੱਡਾ ਹੁੰਦਾ ਸੀ ਨਾ, ਉਹਨੂੰ ਨਾਥ ਕਹਿੰਦੇ ਸਨ, ਕਿ ਭਾਈ ਇਹ ਨਾਥ ਹੈ, ਕੋਈ ਵੱਡਾ ਹੈ। ਮਹਾਰਾਜ ਕਹਿੰਦੇ ਨੇ ਵੱਡਾ ਤੇ ਉਹ ਪਰਮਾਤਮਾ ਹੈ, ਉਸ ਤੋਂ ਵੱਡਾ ਨਾਥ ਕੋਈ ਵੀ ਨਹੀਂ ਹੈ। ਤੂੰ ਆਪੇ ਹੀ ਆਪ ਹੈ, ਆਪ ਕਾਰਨ ਕੀਆ, ਤੂੰ ਆਪੇ ਆਪ ਨਿਰੰਕਾਰ ਹੈ, ਕੋ ਅਵਰ ਨਾ ਬੀਆ, ਤੇਰੇ ਇਲਾਵਾ ਹੋਰ ਕੋਈ ਨਹੀਂ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਏ, ਉਹਦੇ ਤੋਂ ਇਲਾਵਾ ਕੋਈ ਹੈ ਹੀ ਨਹੀਂ। ਤੁਸੀਂ ਇਹਨਾਂ ਨੂੰ ਨਾਥ ਮੰਨ ਰਹੇ ਹੋ, ਇਹ ਨਾਥ ਨਹੀਂ ਜਿਹੜਾ ਸਭ ਤੋਂ ਵੱਡਾ ਨਾਥ ਹੈ। ਕਿਹੜਾ? ਆਪ ਨਾਥ ਨਾਥੀ ਸਭ ਜਾਂ ਕੀ, ਜਿਹਦੇ ਸਾਰੇ ਸੰਸਾਰ ਨੂੰ ਨੱਥਿਆ ਹੋਇਆ ਹੈ। ਦੇਖੋ ਧਿਆਨ ਦੇਣਾ, ਜਿਹਨੇ ਸਾਰੇ ਸੰਸਾਰ ਨੂੰ ਪਕੜਿਆ ਹੋਇਆ ਹੈ, ਜਿਹਦੇ ਅੰਡਰ ਨੇ ਸਾਰੇ। ਹੋਰ ਸੌਖਾ ਨਾਤੀ, ਜਿਸ ਤਰ੍ਹਾਂ ਕੋਈ ਬੈਲ ਹੁੰਦਾ ਨਾ, ਬੈਲ ਜਾਂ ਝੋਟਾ, ਉਹਦੇ ਨੱਕ ਦੇ ਵਿੱਚ ਨਾ ਰੱਸੀ ਪਾਉਂਦੇ ਨੇ, ਉਹਨੂੰ ਨੱਥਣੀ ਕਹਿੰਦੇ ਨੇ। ਬਈ ਇਹਦੇ ਬੈਲ ਦੀ ਨੱਥਣੀ ਕਰਨੀ ਹੈ, ਨੱਥਣ ਕਰਨਾ ਇਹਨੂੰ। ਰੱਬ ਨੇ ਵੀ ਸਾਰਾ ਜਿਹੜਾ ਖੁਦ ਨਾਥ ਹੈ ਨਾ, ਇਹ ਸਾਰੇ ਸੰਸਾਰ ਨੂੰ ਨੱਥਿਆ ਹੋਇਆ ਹੈ, ਭਾਵ ਕਿ ਉਹਦੇ ਅੰਡਰ ਨੇ, ਤੇ ਅਸੀਂ ਉਹਨੂੰ ਮਾਲਕ ਕਹੀਏ ਨਾ, ਉਹ ਨਾਥ ਹੈ। ਤੇ ਅੱਗੋਂ ਕਹਿੰਦੇ ਨੇ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਜਿਹੜੀਆਂ ਤੁਸੀਂ ਰਿੱਧੀਆਂ ਸਿੱਧੀਆਂ ਦਿਖਾਉਂਦੇ ਹੋ ਨਾ, ਉਹ ਤੇ ਰੱਬ ਤੋਂ ਤੋੜਨ ਵਾਲੇ ਸਵਾਦ ਨੇ। ਅਵਰਾ ਸਾਧ, ਰਿੱਧੀ ਕੀ ਹੁੰਦੀ ਹੈ? ਵਡਿਆਈ। ਤੇ ਸਿੱਧੀਆਂ ਕੀ ਹੁੰਦੀਆਂ ਨੇ? ਜਿਹੜੀਆਂ ਬਈ ਬੈਠੇ ਬੈਠੇ ਕਿਸੇ ਨੂੰ ਉਡਾ ਦੇਣਾ, ਕਿਸੇ ਨੂੰ ਛੋਟਾ ਕਰ ਦੇਣਾ, ਸ਼ਕਤੀ ਦੇ ਨਾਲ ਕਿਸੇ ਨੂੰ ਵੱਡਾ ਕਰ ਦੇਣਾ। ਗੁਰੂ ਘਰ ਦੇ ਵਿੱਚ ਰਿੱਧੀਆਂ ਸਿੱਧੀਆਂ ਨੂੰ ਕੋਈ ਮਾਨ ਨਹੀਂ ਮਿਲਿਆ। ਬਈ ਕੋਈ ਕਰਾਮਾਤ ਦਿਖਾ ਦੋ, ਨਹੀਂ। ਹਾਲਾਂਕਿ ਗੁਰੂ ਸਾਹਿਬ ਸਭ ਕੁਝ ਕਰ ਸਕਦੇ ਸਨ, ਪਰ ਕਰਾਮਾਤ ਮਹਾਰਾਜ ਕਹਿੰਦੇ ਨੇ ਇਹ ਪਰਮਾਤਮਾ ਦੇ ਸ਼ਰੀਕ ਬਣਨ ਵਾਲੀ ਗੱਲ ਹੈ। ਰਿੱਧ ਸਿੱਧ ਅਵਰਾ ਸਾਧ, ਇਹ ਅਵਰੇ ਸਾਧ ਨੇ, ਭਾਵ ਕਿ ਜਿਹੜੀ ਚੀਜ਼ ਪਰਮਾਤਮਾ ਤੋਂ ਤੋੜ ਜਾਏ। ਮੈਨੂੰ ਪਤਾ ਪਰਮਾਤਮਾ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਤੇ ਜੇ ਮੈਂ ਕਰਾਂਗਾ ਤੇ ਫਿਰ ਪਰਮਾਤਮਾ ਦਾ ਮੈਂ ਸ਼ਰੀਕ ਬਣ ਜਾਵਾਂਗਾ, ਪਰਮਾਤਮਾ ਤੋਂ ਟੁੱਟ ਜਾਵਾਂਗਾ। ਪਰਮਾਤਮਾ ਨੇ ਕਿਹਾ ਜੇ ਮੈਂ ਤੁਹਾਨੂੰ ਸ਼ਕਤੀ ਦਿੱਤੀ ਹੈ, ਉਹਦੀ ਵਰਤੋਂ ਚੰਗੀ ਤਰ੍ਹਾਂ ਕਰੋ। ਦੇਖੋ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਆਏ ਸ਼ਹਾਦਤ ਦਾ ਜਾਮ ਪੀਣ ਵਾਸਤੇ, ਔਰੰਗਜ਼ੇਬ ਨੇ ਕੀ ਕਿਹਾ ਸੀ? ਇਹੀ ਕਿਹਾ ਸੀ ਨਾ, 3 ਸ਼ਰਤਾਂ ਰੱਖੀਆਂ ਸੀ ਕਿ ਪਹਿਲਾਂ ਇਸਲਾਮ ਕਬੂਲ ਕਰ ਲਓ। ਫਿਰ ਉਹਨਾਂ ਨੇ ਦੂਜੀ ਸ਼ਰਤ ਰੱਖੀ ਸੀ, ਜੇ ਇਸਲਾਮ ਨਹੀਂ ਕਰਦੇ ਤੇ ਕਰਾਮਾਤ ਦਿਖਾਓ, ਤੇ ਜੇ ਕਰਾਮਾਤ ਵੀ ਨਹੀਂ ਦਿਖਾਉਂਦੇ ਤੇ ਫਿਰ ਮੌਤ ਕਬੂਲ ਕਰ ਲਓ। ਦੇਖੋ ਮਹਾਰਾਜ ਨੇ ਕਿਹਾ ਇਸਲਾਮ ਤੇ ਮੈਂ ਕਬੂਲ ਕਰਾਂਗਾ ਨਹੀਂ, ਕਿਉਂਕਿ ਹਰ ਇੱਕ ਬੰਦੇ ਨੂੰ ਆਪਣੇ ਧਰਮ ਦੇ ਵਿੱਚ ਪਿਆਰਾ ਹੁੰਦਾ ਹੈ, ਤੇ ਧਰਮ ਦੇ ਵਿੱਚ ਉਹਨੂੰ ਰਹਿਣਾ ਉਹਦਾ ਇੱਕ ਪਰਮਾਤਮਾ ਵੱਲੋਂ ਹੱਕ ਹੈ। ਉਹ ਆਪਣੀ ਇੱਕ ਇੰਡੀਪੈਂਡੈਂਟ ਰਹਿ ਸਕਦਾ ਹੈ, ਕੋਈ ਧੱਕੇ ਨਾਲ ਨਹੀਂ ਕੋਈ ਕਿਸੇ ਨੂੰ ਕਰ ਸਕਦਾ। ਰਹੀ ਕਰਾਮਾਤ ਦੀ ਗੱਲ, ਉਹ ਅਸੀਂ ਦਿਖਾਣੀ ਕੋਈ ਨਹੀਂ, ਕਿਉਂਕਿ ਕਰਾਮਾਤ ਇੱਕ ਕਹਿਰ ਦਾ ਨਾਮ ਹੈ, ਔਰ ਅਸੀਂ ਉਹ ਨਹੀਂ ਚਾਹੁੰਦੇ, ਕਿਉਂਕਿ ਪਰਮਾਤਮਾ ਦੇ ਅਸੀਂ ਹੁਕਮ ਅੰਦਰ ਹਾਂ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਤੇ ਅਸੀਂ ਮੌਤ ਨੂੰ ਕਬੂਲ ਕਰ ਸਕਨੇ ਹਾਂ, ਭਾਵ ਕਿ ਅਸੀਂ ਕਰਾਮਾਤ ਨਹੀਂ ਦਿਖਾਣੀ। ਹਾਂ, ਗੁਰੂ ਨਾਨਕ ਦੇ ਘਰ ਕਰਾਮਾਤ ਹੈ, ਪਰ ਇਸ ਤਰ੍ਹਾਂ ਦੀ ਕਰਾਮਾਤ ਨਹੀਂ ਹੈ। ਫਿਰ ਸੋਚੋ ਉਹ ਕਿਹੜੀ ਕਰਾਮਾਤ? ਕਿਸੇ ਪਾਪੀਆਂ ਦੇ ਮਨ ਨੂੰ ਗੁਰਬਾਣੀ ਰਾਹੀਂ, ਗੁਰੂ ਦੇ ਗਿਆਨ ਰਾਹੀਂ ਉਹਨਾਂ ਨੂੰ ਗਿਆਨ ਦਾ ਚਾਨਣਾ ਪਾ ਕੇ ਉਹਨਾਂ ਨੂੰ ਸਿੱਧੇ ਰਸਤੇ ਪਾਣਾ, ਇਹ ਕਰਾਮਾਤ ਜੇ।
कोई शराबी बंदा है, वो संगत विच आके जद गुरु का ज्ञान लैंदा है ते वो अपने विकार छड़ दिंदा है। ये करामात है ना करामात। तो गुरु साहब कहते ने ਜਿਹੜੀਆਂ रिद्धियां सिद्धियां तुसी दिखा रहे हो ये ते अवरा साध ने, ये रब तो तोड़न वालियां ने भाई। अगों महाराज कह रहे ने संजोग विजोग दोए कार चलावै। ये पढ़न वक्त साध संगत थोड़ा ध्यान देना है। संजोग विजोग दोए कार चलावे, एवें पढ़ना है। असी आम तौर पर पढ़ने संजोग विजोग दोए कार चलावे, नहीं। संजोग विजोग दोए कार चलावे, लेखे आवै भाग। संजोग ते विजोग इनू समझने की कोशिश करिए, फिर समाप्ति अगे आएगी। सेम पंक्तियां फिर आंदियां ने, जिस तरह सुनिए दी असी पौड़ी पढ़ने 8 9 10 11 ते 12 13 14 15 इस तरह दीयां पौड़ियां आंदियां ने। वो सेम ही मैटर है पिछे। नानक भगतां सदा विकास सुनिया धूप पाप का नाश। ते इसे तरह इस पौड़ियां दे अंदर भी यही आएगा कि आदेश तिसै आदेश आद नील अनाद नहा चूजू एक होवे। चारों पौड़ियां सेम है। संजोग विजोग दोए, ये दोनों की ने। संजोग की हुंदा है मिलना, ते विजोग की हुंदा है विछड़ना। संजोग ते विजोग इन्हां करके संसार दी कार चल रही है। कार वो नहीं जिहड़ी 4 पहियां वाली, ये जो संसार दी क्रिया चल रही है ना, सिस्टम चल रहा है जिहड़ा, वो संजोग ते विजोग दे करके। देखो साडे घर बच्चा होया, की होया? खुशी आई, मिलाप होया, ये संजोग है। जदों जाना है ये विछोड़ा है। एक कार चल रही है। होर सौखा समझिए, कोई बच्चा साडा फॉरन जाता है, इथों की होया? विजोग हो गया। उत्थे गया मित्रां कोल, उत्थे उहदा संजोग हो गया। जदों पढ़ के वापस आया, वो मित्रां तो विजोग हो गया, ते इत्थे संजोग हो गया। गुरु साहब पता ते की समझा रहे हैं? कहते जदों तुसी ए चूरमा, ये वितकरे, इस तरह की क्रिया करते हो ना, इथों टुटोगे ना तो ज्ञान दे नाल जुड़ोगे। जिदे नाल टुटे वो विजोग है। हुण जुड़े किदे नाल? ज्ञान दे नाल, ये संजोग है। तुसी माड़े काम कर रहे हो, उथों असी हटे हाँ। देखो ध्यान दवो, होर सौखा। माड़े काम कोई कर रहा है, कोई शराब पी रहा है, कोई समैक खा रहा है, या कोई भंग पी रहा है, जो भी नशा कर रहा है, उन्होंने ज्ञान हो गया, वो उस रस्ते तो टुट गया, उन्हें हूँ अट गया उतों दी। उतों की होया? विजोग हो गया। क्यों? क्योंकि जिदा नशा विकदा सी उन्होंने घाटा पै रहा है। ਜਿਹੜੇ संगी साथी सन उन्होंने तो विजोग हो गया, क्योंकि उन्हें वो नाता तोड़ लिया। तो संजोग कित्थे होया? जदों उन्हें चंगे गुण धारण कर ले, परिवार खुश हो गया। कोई शराबी, कोई नशे वाला बंदा अगर छोड़ के घर वापस आवे तो घर वाले की करते हैं? खुश होंगे ना। खुशी की है? मिलाप, संजोग। एक तरफों टुटना तो एक तरफों जुड़ना, ये संजोग विजोग ने। फिर सोचो ध्यान नाल, जे कोई बंदा माड़े काम कर रहा है, उथों दी नाता तोड़दा है, ते वो विजोग है। ते जे चंगे कामां विच उन्हें एंटर कर लिए, ये संजोग ने। ते जे अगर कोई चंगा बंदा चंगे काम छड़ के माड़े फड़ लैंदा है, ते चंगे कामां तो उन्हें विजोग कर लिया, ते माड़े कामां नाल उहदा की हो गया? संजोग हो गया। तो महाराज कहंदे ने संजोग विजोग ये मेल आप ते विछोड़ा। क्योंकि संसार में जिहड़ा आंदा है वो संजोग है, जदों जांदा है विछोड़ा उदों दुख है। विछोड़ा दुख है, संजोग खुशी है। तो महाराज इत्थे कह रहे ने तू इस करके इस संजोग विजोग परमात्मा की एक कार है जो क्रिया चला रहा है। देखो जे तुसी कल अमृत की दात ले ली, या अज जिन्हां ने ले ली, या ले लैणगे, वो की होया? उन्होंने
ਦੁਨੀਆ ਦੀਆਂ ਜਿਹੜੀਆਂ ਗੱਲਾਂ ਸੀ, ਗਲਤ ਗੱਲਾਂ ਸੀ, ਉੱਥੋਂ ਹਟ ਕੇ ਗੁਰੂ ਵਾਲੇ ਬਣ ਗਏ। ਉਹ ਗੁਰੂ ਨਾਲ ਕੀ ਹੋਇਆ? ਸੰਜੋਗ ਹੋ ਗਿਆ। ਜਦ ਅੰਮ੍ਰਿਤਧਾਰੀ ਹੋਏ, ਗੁਰੂ ਨਾਲ ਕੀ ਹੋਇਆ? ਸੰਜੋਗ। ਤੇ ਮਾੜੇ ਬੰਨੇ ਵਿਜੋਗ ਹੋ ਗਿਆ। ਜਦੋਂ ਕੋਈ ਗੁਰੂ ਧਾਰਨ ਕਰਦਾ ਹੈ, ਦੇਖੋ ਅਸੀਂ ਸਾਰੇ ਬਿੰਦੀ ਪੁੱਤਰ ਕਹਿਲਾਉਂਦੇ ਹਾਂ। ਨਾਦੀ ਪੁੱਤਰ ਤਦ ਹੋਵਾਂਗੇ ਜਦ ਗੁਰੂ ਦੇ ਘਰ ਅਸੀਂ ਜਾਵਾਂਗੇ। ਜਦੋਂ ਬੰਦਾ ਅੰਮ੍ਰਿਤ ਛਕਦਾ ਹੈ ਨਾ, ਤੇ ਇੱਧਰ ਕੀ ਹੁੰਦਾ ਹੈ? ਦੁਨੀਆ ਦੇ ਰਿਸ਼ਤਿਆਂ ਨਾਲ ਸਾਡਾ ਵਿਜੋਗ ਹੋ ਜਾਂਦਾ ਹੈ ਤੇ ਪਰਮਾਤਮਾ ਦੇ ਘਰ ਸਾਡਾ ਸੰਜੋਗ ਹੋ ਜਾਂਦਾ ਹੈ। ਜਦੋਂ ਤੱਕ ਅਸੀਂ ਅੰਮ੍ਰਿਤ ਪਾਨ ਨਹੀਂ ਕੀਤਾ, ਗੁਰੂ ਵਾਲੇ ਨਹੀਂ ਬਣੇ, ਗੁਰੂ ਤੋਂ ਕੀ ਹੈ? ਸਾਡਾ ਵਿਜੋਗ। ਤੇ ਜਦੋਂ ਅਸੀਂ ਗੁਰੂ ਤੋਂ ਨਾਲ ਨਹੀਂ ਜੁੜੇ, ਉਹ ਵਿਜੋਗ ਹੈ। ਤੇ ਜਦੋਂ ਸਾਨੂੰ ਸਮਝ ਆ ਗਈ ਸੰਗਤ ਵਿੱਚ ਕਿ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਸਾਡੀ ਭਗਤੀ ਥਾਂ ਪਾਏਗੀ, ਅਸੀਂ ਗੁਰੂ ਵਾਲੇ ਬਣੇ ਤੇ ਗੁਰੂ ਨਾਲ ਸਾਡਾ ਬਣ ਗਿਆ ਸੰਜੋਗ, ਤੇ ਇਧਰੋਂ ਟੁੱਟ ਗਿਆ ਸਾਡਾ ਵਿਜੋਗ। ਇਹਨੂੰ ਕਹਿੰਦੇ ਨੇ ਸੰਜੋਗ ਵਿਜੋਗ ਦੋਈ ਕਾਰ ਚਲਾਵੇ, ਲੇਖੇ ਆਵੇ ਭਾਗ। ਫਿਰ ਇਹ ਲੇਖੇ ਬਣਦੇ ਨੇ ਜੋ ਸਾਡੇ ਭਾਗ ਬਣਦੇ ਨੇ, ਜਿਹਨੂੰ ਭਾਗ ਕਹਿੰਦੇ ਨੇ। ਤਾਂ ਹੀ ਫਰੀਦ ਸਾਹਿਬ ਨੇ ਕਿਹਾ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣੜੇ ਘਰ ਜਾਈਏ, पैर तिना दे चूम, अपने गिरीवान में सिर नीवा कर देख। वाहिगुरु जे तू अकल लतीफ, काले लिखना लेख, अपने गिरीवान में सिर नीवा कर देख। जे तेन थोड़ी जी भी समझ है ना, तो किसी प्रति काले लेख ना लिख। कदी ये ना कह कि उन्हें कहा सी ਉਹਦੇ करके मैनू दुख भुगत रहे ने। नहीं, मारे कहते लेखे आवे भाग, तेरे कारण दद्दा दोष ना देहू किसे, दोष कर्मा अपनिया, जो मैं किया सो मैं पाया, दोष ना दीजे अवरचना। लेख भाग असी अपने आप बनाने ने, तो किसी दे दोष ना दे। चंगी फसल बोवांगे, चंगी फसल आएगी। जे किक्कर बोवांगे तो किक्कर ही मिलेगा। फरीदा लोड़े दाख बिजोरियां, किक्कड़ बीजे जट, हंडे उंड कटाएंदा, पैंदे लोड़े पट। जेहा बीजे सो लूणे, कर्मा संदड़ा खेत। जो इस खेत रूपी शरीर विच जो बोएगा वही मिलेगा। लेखे आवे भाग। तो मारे कहते ने आदेश तिसै आदेश। वो आपस में मिलते सन ते आदेश नमस्कार नमस्कार कहते सन दो बारी, आदेश आदेश। मारे कहते ओनू आदेश, ओनू नमस्कार करो जिस परमात्मा ने एक सारी कायनात बनाई है। आदेश तिसै आदेश, आद अनील अनाद अनाहत, जुग जुग एको वेस। ओ आद तो मुढ़ तो है, अनील शुद्ध रूप है, भाव के उदे कोई कलंक नहीं है, वो बिल्कुल पाक है। अनाद मुढ़ तो पहला ही उदा कोई मुढ़ी नहीं है, समझो। अनआद जिदा कोई मुढ़ी ना होवे। अनाहत, नाहत तो रहते, नाश तो रहते, उन्हें नाश नहीं होना। जुग जुग एको वेस, हर जुग दे अंदर उदा वेस इक्को है, वो इक्को तरह का ही चल रहा है। ये नहीं असी अज हो रहा कल हो रहा, परमात्मा हर समय इक्को ही उदा वेस है। तो गुरु साहब ने ये दो पौड़ियां दे अंदर जोगियां नूं ये समझाया, भाई ਜਿਹੜਾ ਤੁਸੀਂ ਵਰਤਾਰਾ ਕਰ ਰਹੇ ਹੋ ਗਿਆਨ ਦਾ, ਚੂਰਮਾ ਦਾ ਨਾ ਕਰੋ, ਗਿਆਨ ਦਾ ਕਰੋ। ਉਹ ਵਰਤਾਨ ਦੇ ਵਿੱਚ ਨਿਮਰਤਾ ਰੱਖੋ, ਦਇਆ ਰੱਖੋ, ਪਿਆਰ ਰੱਖੋ। ਜਦੋਂ ਤੁਸੀਂ ਇਹ ਕਰੋਗੇ ਤੇ ਫਿਰ ਤੁਹਾਡੀ ਜਿਹੜੀ ਸਿੰਗੀ ਰੱਖੀ ਹੋਈ ਹੈ ਵਜਾਉਣ ਵਾਸਤੇ, ਉਹ ਤੁਹਾਡੇ ਹਿਰਦੇ ਰੂਪੀ ਘਰ ਵਿੱਚ ਵੱਜ ਰਹੀ ਹੈ। ਸੰਜੋਗ ਵਿਜੋਗ ਇਹ ਜਿਹੜਾ ਸੰਸਾਰ ਦੀ ਕਾਰ ਹੈ, ਉਹ ਪਰਮਾਤਮਾ ਚਲਾ ਰਿਹਾ ਹੈ। ਉਹਨੂੰ ਨਮਸਕਾਰ ਕਰੋ। ਉਹਦੇ ਨਾਲ ਹੀ ਤੁਹਾਡੇ ਜੋ ਜੋ ਤੁਸੀਂ ਸੰਸਾਰ ਵਿੱਚ ਕਰਮ ਕਰੋਗੇ ਉਹੀ ਭਾਗ ਬਣਨਗੇ। ਤੋਂ ਮਹਾਰਾਜ ਕਿਰਪਾ ਕਰਨ ਸਾਨੂੰ ਇਸ ਪੌੜੀਆਂ ਦਾ ਗਿਆਨ ਹੋਵੇ ਕਿ ਜੋਗੀਆਂ ਨੂੰ ਕਿਸ ਤਰ੍ਹਾਂ ਸਮਝਾ ਕੇ ਗੁਰੂ ਸਾਹਿਬ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਆਸ ਹੈ ਅਸੀਂ ਵੀ ਜੇ ਭਰਮ ਵਹਿਮ ਵਿੱਚ ਕੋਈ ਪਏ ਹੋਏ ਹਾਂ ਜਾਂ ਗੁਰੂ ਵਾਲੇ ਨਹੀਂ ਬਣੇ ਹੋਏ, ਤਾਂ ਇੰਨਾ ਵੱਡਾ ਦਿਹਾੜਾ ਹੈ ਅੱਜ। ਗੁਰੂ ਦੀ ਅਸੀਂ ਟੇਕ ਆਸਰਾ ਲੈ ਕੇ ਗੁਰੂ ਵਾਲੇ ਬਣੀਏ, ਗੁਰੂ ਦੀ ਓਟ ਆਸਰਾ ਲੈ ਕੇ ਖੰਡੇ ਪਾਟੇ ਦੀ ਪੋਲ ਛੱਕ ਕੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।